ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਚਕਰ ਚਿਹਨ ਅਰ ਬਰਨ ਜਾਤ ਅਰ ਪਾਤ ਨਹਨ ਜਿਹੇ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨ ਸਕਤ ਕਿਹ। ਅਚਲ ਮੂਰਤ ਅਨਭਉ ਪ੍ਰਕਾਸ਼ ਅਮਤੋਜ ਕਹਿਜੈ। ਕੋਟ ਇੰਦਰ ਇੰਦਰਾਣ ਸਾਹੇ ਸਾਹਾਣ ਗਣਜੈ। ਤਰੇ ਭਵਨ ਮਹੀਪ ਸੁਰ ਨਰ ਅਸੁਰ ਨੇਤ ਨੇਤ ਬਨ ਤ੍ਰਿਣ ਕਹਿਤ। ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਤਬ ਸਰਬ ਨਾਮ ਕਥੈ ਕਵਨ ਕਰਮ ਨਾਮ ਬਰਨਤ ਸਮਤ। ਤੂੰ ਠਾਕਰੋ ਬੈਰਾਗਰੋ ਮੈਂ ਜਹੀ ਘਣ ਚੇਰੀ ਰਾਮ। ਤੂੰ ਸਾਗਰੋ ਰਤਨਾਗਰੋ ਹਉ ਸਾਰ ਨ ਜਾਣਾ ਤੇਰੀ ਰਾਮ। ਸਾਰ ਨ ਜਾਣਾ ਤੂੰ ਵੱਡ ਦਾਣਾ ਕਰ ਮਿਹਰਮਤ ਸਾਈਂ। ਕਿਰਪਾ ਕੀਜੈ ਸਾਮਤ ਦੀਜੈ ਆਠ ਪਹਿਰ ਤੁਧ ਧਿਆਈ। ਗਰਭ ਨ ਕੀਜੈ ਰੇਣ ਹੋਵੀਜੈ ਤਾਂਗਤ ਜੀਅਰੇ ਤੇਰੀ। ਸਭ ਉਪਰ ਨਾਨਕ ਕਾ ਠਾਕੁਰ ਮੈਂ ਜਹੀ ਘਣ ਚੇਰੀ ਰਾਮ। ਮਨ ਮੁਖ ਮਾਨਸ ਦੇਹ ਤੇ ਪਸ਼ੂ ਪ੍ਰੇਤ ਅਚੇਤ ਚੰਗੇਰੇ। ਪਸ਼ੂ ਨ ਮੰਗੈ ਪਸ਼ੂ ਤੇ ਪੰਖੇਰੂ ਪੰਖੇਰੂ ਘੇਰੇ। 84 ਲੱਖ ਜੂਨ ਵਿੱਚ ਉੱਤਮ ਮਾਨਸ ਜੂਨ ਭਲੇਰੇ। ਉੱਤਮ ਮਨ ਬਚ ਕਰਮ ਕਰ ਜਨਮ ਮਰਨ ਭਵਜਲ ਲਖ ਫੇਰੇ। ਰਾਜਾ ਪਰਜਾ ਹੋਏ ਕੈ ਸੁਖ ਵਿੱਚ ਦੁਖ ਹੋਏ ਭਲੇ ਭਲੇਰੇ। ਕੁੱਤਾ ਰਾਜ ਬਹਾਲੀਐ ਚੱਕੀ ਚੱਟਣ ਜਾਏ ਅਨੇਰੇ। ਗੁਰ ਪੂਰੇ ਬਿਨ ਗਰਭ ਵਸੇਰੇ। ਗੁਰ ਪੂਰੇ ਬਿਨ ਗਰਭ ਵਸੇਰੇ। ਹਮ ਅਵਗੁਣ ਭਰੇ ਏਕ ਗੁਣ ਨਾਹੀ। ਅੰਮ੍ਰਿਤ ਛਾੜ ਬਿਖੈ ਬਿਖ ਖਾਈ। ਮਾਇਆ ਮੋਹ ਭਰਮ ਪੈ ਭੂਲੇ ਸੁਤ ਦਾਰਾ ਸਿਉ ਪ੍ਰੀਤ ਲਗਾਈ। ਇਕ ਉੱਤਮ ਪੰਥ ਸੁਨਿਓ ਗੁਰ ਸੰਗਤ ਤਿਹ ਮਿਲੰਤ ਜਮ ਤਰਾਸ ਮਿਟਾਈ। ਇਕ ਅਰਦਾਸ ਪਾਠ ਕੀਰਤ ਕੀ ਗੁਰ ਰਾਮਦਾਸ ਰਾਖੋ। ਸੋ ਕਹੋ ਟਲ ਗੁਰ ਸੇਵੀਐ ਅਹਨਿਸ ਸਹਿਜ। ਦਰਸ਼ਨ ਪਰਸੈ ਗੁਰੂ ਕੈ ਜਨਮ ਮਰਨ। ਹੋਵੈ ਸਿਫਤ ਖਸਮ ਦੀ ਨੂਰ ਅਰ ਸਹੁ ਕੁਰ ਸਹੁ। ਤੁਧ ਡਿਠੇ ਸੱਚੇ ਮਲ ਜਨਮ ਜਨਮ ਦੀ।
ਸਜਣ ਸੱਚਾ ਪਾਤਸ਼ਾਹ, ਸਿਰ ਸਾਹਾਂਦੈ ਸ਼ਾਹੋ। ਜਿਸ ਪਾਸ ਬੈਠਿਆ ਸੋਹੀਐ, ਸਭਨਾ ਦਾ ਵੇਸਾਹੋ। ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਧਨਾਸਰੀ ਮਹੱਲਾ ਪਹਿਲਾ। ਘਰ ਪਹਿਲਾ। ਚੌਪਦੇ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਜਿਉ ਡਰਤ ਹੈ ਆਪਣਾ ਕੈਸੋ ਕਰੀ ਪੁਕਾਰ। ਦੁਖ ਵਿਸਾਰਨ ਸੇਵਿਆ ਸਦਾ ਸਦਾ ਦਾਤਾਰ। ਸਾਹਿਬ ਮੇਰਾ ਨੀਤ ਨਵਾ ਸਦਾ ਸਦਾ ਦਾਤਾਰ ਰਹਾਉ। ਅਨ ਦਿਨ ਸਾਹਿਬ ਸੇਵੀਐ ਅੰਤ ਛਡਾਏ ਸੋਏ। ਸੁਣ ਸੁਣ ਮੇਰੀ ਕਾਮਣੀ ਪਾਰ ਉਤਾਰਾ ਹੋਏ। ਦਇਆਲ ਤੇਰਾ ਨਾਮ ਤਰਾ ਸਾਧ ਕੁਰਬਾਨ ਜਾਓ ਰਹਾਉ। ਸਰਬੰ ਸਾਚਾ ਏਕ ਹੈ ਦੂਜਾ ਨਾਹੀ ਕੋਇ। ਤਾਕੀ ਸੇਵਾ ਸੋ ਕਰੇ ਜਾ ਕਉ ਨਦਰ ਕਰੇ। ਤੁਧ ਬਾਜ ਪਿਆਰੇ ਕੇਵ ਰਹਾ ਸਾ ਵਡਿਆਈ ਦੇਹ। ਜਿਤ ਨਾਮ ਤੇਰੇ ਲਾਗ ਰਹਾ ਦੂਜਾ ਨਾਹੀ ਕੋਇ। ਜਿਸ ਆਗਾ ਪਿਆਰੇ ਜਾਏ ਕਹਾ ਰਹਾਉ। ਸੇਵੇ ਸਾਹਿਬ ਆਪਣਾ ਅਵਰ ਨਾ ਜਾਚਉ ਕੋਇ। ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਇ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ। ਸੇਵੇ ਸਾਹਿਬ ਆਪਣਾ ਅਵਰ ਨਾ ਜਾਚਉ ਕੋਇ। ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਇ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਇ ਰਹਾਉ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਨਮਾਨਯੋਗ ਸਤਿਕਾਰਯੋਗ ਗੁਰੂ ਕਾ ਖਾਸ ਰੂਪ ਗੁਰੂ ਖਾਲਸਾ ਸਾਧ ਸੰਗਤ ਜੀਓ। ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜਾਗਦੀ ਜੋਤ
ਜਗਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ 'ਚ ਅੰਮ੍ਰਿਤ ਵੇਲੇ ਤੋਂ ਸਤਿਗੁਰੂ ਨੌਵੇਂ ਪਾਤਸ਼ਾਹ ਦੇ ਪਵਿੱਤਰ ਪਾਵਨ ਸੱਚਖੰਡ ਦਰਬਾਰ ਅੰਦਰ ਹਾਜ਼ਰੀਆਂ ਭਰ ਕੇ ਆਪਣੇ ਜੀਵਨ ਦਾ ਕੁਝ ਕੀਮਤੀ ਸਮਾਂ ਗੁਰੂ ਲੇਖੇ ਲਾ ਕੇ ਸਫਲਾ ਕਰ ਰਹੇ। ਗਰੀਬ ਨਵਾਜ ਸਤਿਗੁਰੂ ਜੀ ਨੇ ਅੰਮ੍ਰਿਤ ਵੇਲੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਸਮੂਹ ਸੰਗਤਾਂ ਨੂੰ ਆਪਣੇ ਦਰਸ਼ਨ ਦਿਦਾਰੇ ਬਖਸ਼ਦਿਆਂ ਜੋ ਪਾਵਨ ਪਵਿੱਤਰ ਸ੍ਰੀ ਮੁਖਵਾਕ ਹੁਕਮਨਾਮੇ ਦੀ ਦਾਤ ਸਾਨੂੰ ਬਖਸ਼ਿਸ਼ ਕੀਤੀ ਹੈ। ਪਵਿੱਤਰ ਸ੍ਰੀ ਮੁਖਵਾਕ ਆਪ ਜੀ ਨੇ ਭਾਈ ਸਾਹਿਬ ਜੀ ਦੀ ਰਸਨਾ ਤੋਂ ਸਰਵਣ ਕੀਤਾ ਹੈ। ਦੇਵ ਨੇ ਤਾਂ ਜਿਹੀ ਸ੍ਰੀ ਮੁਖਵਾਕ ਸੋਢੀ ਸੁਲਤਾਨ ਪਾਤਸ਼ਾਹ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਦਰਬਾਰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਵੀ ਪ੍ਰਾਪਤ ਹੋਇਆ ਹੈ। ਆਓ ਮਨ ਬਿਰਤੀਆਂ ਇਕਾਗਰ ਕਰੀਏ, ਸਤਿਗੁਰੂ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਵਿੱਚ ਆਪਣੀਆਂ ਸੁਰਤੀਆਂ ਜੋੜੀਏ। ਸੰਪਰਦਾਇ ਵਿਦਵਾਨ ਦੱਸਦੇ ਹਨ ਕਿ ਪਾਵਨ ਸ਼ਬਦ ਸ੍ਰੀ ਕਰਤਾਰਪੁਰ ਸਾਹਿਬ ਦੀ ਪਵਿੱਤਰ ਪਾਵਨ ਧਰਤੀ ਤੇ ਜਗਤ ਮਾਤਾ ਸੁਲੱਖਣੀ ਜੀ ਨੂੰ ਉਪਦੇਸ਼ ਦਿੰਦਿਆਂ ਗੁਰਦੇਵ ਗੁਰੂ ਨਾਨਕ ਸਾਹਿਬ ਨੇ ਇਹ ਸ਼ਬਦ ਉਚਾਰਨ ਕੀਤਾ। ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਦੀ ਮਹਿਮਾ ਅਪਰੰਪਾਰ ਹੈ, ਪਰ ਤਿਨਾਂ ਦੇ ਮਹਿਲ ਸਤਿਕਾਰਯੋਗ ਮਾਤਾ ਸੁਲੱਖਣੀ ਦੀ ਕੋਈ ਛੋਟੀ ਘਾਲਣਾ ਨਹੀਂ ਹੈ। ਮਾਤਾ ਜੀ ਦੀ ਵੀ ਵੱਡੀ ਭਾਰੀ ਘਾਲਣਾ ਹੈ, ਵੱਡਾ ਭਾਰੀ ਤਪ ਹੈ ਕਿ ਜਦੋਂ ਪਤੀ ਸੰਸਾਰ ਦੇ ਉਦਾਹਰਣ ਨਿਮਿਤ ਸੰਸਾਰ ਦੇ ਭਰਮਣ ਤੇ ਚੱਲ ਪੈਣ ਔਰ ਆਪਣੇ ਪਤੀ ਦੀ ਉਡੀਕ ਦੇ ਵਿੱਚ ਆਪਣੀ ਜ਼ਿੰਦਗੀ ਦਾ ਸਮਾਂ ਬਤੀਤ ਕਰਨਾ, ਇਹ ਮਾਤਾ ਸੁਲੱਖਣੀ ਦੀ ਵੱਡੀ ਤਪੱਸਿਆ ਸੀ। ਚਿਰਾਂ ਬਾਅਦ ਸਤਿਗੁਰੂ ਸੱਚੇ ਪਾਤਸ਼ਾਹ ਜੀ ਉਦਾਸੀ ਤੋਂ ਬਾਅਦ ਪਰਤਦੇ ਕੁਝ ਸਮੇਂ ਲਈ ਮਾਤਾ ਸੁਲੱਖਣੀ ਜੀ ਨੂੰ ਦਰਸ਼ਨ ਬਖਸ਼ਦੇ, ਪਰ ਫਿਰ ਜੀਵਾਂ ਦੇ ਕਲਿਆਣ ਨਿਮਿਤ ਚੱਲ ਪੈਣਾ। ਪਰ ਧੰਨ ਮਾਤਾ ਸੁਲੱਖਣੀ ਜਿਨ੍ਹਾਂ ਨੇ ਕਦੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਉਲਾਂਭਾ ਨਹੀਂ ਦਿੱਤਾ, ਔਰ ਆਪਣੇ ਪਤੀ ਦੀ ਉਡੀਕ ਦੇ ਵਿੱਚ ਆਪਣੇ ਜੀਵਨ ਦਾ ਅੱਧੇ ਤੋਂ ਵੱਧ ਸਮਾਂ ਬਤੀਤ ਕੀਤਾ। ਐਸੇ ਮਹਾਨ ਮਾਤਾ ਸੁਲੱਖਣੀ ਜੀ ਇੱਕ ਦਿਨ ਜਗਤ ਗੁਰੂ ਬਾਬਾ ਜੀ ਨੂੰ ਬੇਨਤੀ ਕਰਕੇ ਕਹਿਣ ਲੱਗੇ, ਸਤਿਗੁਰੂ ਗਰੀਬ ਨਵਾਜ ਪਾਤਸ਼ਾਹ ਆਪ ਜੀ ਨੇ ਸੰਸਾਰ ਦੇ ਅਨੇਕਾਂ ਜੀਵਾਂ ਦਾ ਉਧਾਰ ਕੀਤਾ ਹੈ, ਮੇਰੇ ਭਾਗ ਕਿ ਮੈਨੂੰ ਆਪ ਜੀ ਦੇ ਚਰਨਾਂ ਦੀ ਦਾਸੀ ਹੋਣ ਦਾ ਮਾਣ ਪ੍ਰਾਪਤ ਹੈ। ਕਿਰਪਾ ਕਰੋ ਮੇਰੇ ਪ੍ਰਤੀ ਵੀ ਉਪਦੇਸ਼ ਬਖਸ਼ੋ ਕਿ ਮੇਰਾ ਵੀ ਉਧਾਰ ਹੋਵੇ। ਜਗਤ ਗੁਰੂ ਪਾਤਸ਼ਾਹ ਨੇ ਬਚਨ ਕੀਤਾ, ਸੁਲੱਖਣੀ ਜੀ ਬਟਾਲੇ ਦੀ ਧਰਤੀ ਤੇ ਗੁਰਦੁਆਰਾ ਕੰਧ ਸਾਹਿਬ ਵਿਖੇ ਜਦੋਂ ਤੁਸੀਂ ਸਾਡੇ ਲੜ ਲੱਗੇ ਸੋ ਤੁਹਾਡਾ ਉਸੇ ਦਿਨ ਹੀ ਉਧਾਰ ਹੋ ਗਿਆ ਸੀ। ਪਰ ਮਾਤਾ ਜੀ ਨੇ ਕਿਹਾ, ਨਹੀਂ ਮਹਾਰਾਜ, ਮੈਨੂੰ ਵੀ ਆਤਮ ਗਿਆਨ ਦੀ ਸੋਝੀ ਪ੍ਰਦਾਨ ਕਰੋ। ਤਾਂ ਮਾਤਾ ਸੁਲੱਖਣੀ ਜੀ ਦੀ ਬੇਨਤੀ ਨੂੰ ਸਰਵਣ ਕਰਦਿਆਂ ਗੁਰਦੇਵ ਨੇ ਇਹ ਪਾਵਨ ਪਵਿੱਤਰ ਉਪਦੇਸ਼ ਉਸ ਵੇਲੇ ਉਚਾਰਨ ਕੀਤਾ। ਰਾਗ ਧਨਾਸਰੀ ਦਾ ਇਹ ਪਹਿਲਾ ਸ਼ਬਦ ਹੈ, ਇਸ ਕਰਕੇ ਗੁਰਦੇਵ ਨੇ ਰਾਗ ਦੀ ਆਰੰਭਤਾ ਤੋਂ ਪਹਿਲਾਂ ਮੰਗਲਾ ਚਰਨ ਵੀ ਕੀਤਾ। ਆਓ ਕੁਝ ਸਮੇਂ ਵਾਸਤੇ
ਆਪਣੀਆਂ ਸੁਰਤੀਆਂ ਬਿਰਤੀਆਂ ਇਕਾਗਰ ਕਰੀਏ। ਜਗਤ ਗੁਰੂ ਪਾਤਸ਼ਾਹ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਚਰਨਾਂ ਦਾ ਧਿਆਨ ਆਪਣੇ ਹਿਰਦਿਆਂ 'ਚ ਧਾਰਨ ਕਰੀਏ। ਇਕਾਗਰਤਾ ਬਣਾਓ ਤੇ ਗੱਜ ਵੱਜ ਕੇ ਆਖੋ ਜੀ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਵਾਹਿਗੁਰੂ ਸਾਹਿਬ ਜੀ। ਤਨਾਸਰੀ ਮਹੱਲਾ ਪਹਿਲਾ। ਘਰ ਪਹਿਲਾ ਚੌਪਦੇ। ਇੱਕ ਓੰਕਾਰ ਸਤਿਨਾਮ ਰਾਗ ਹੈ। ਪਹਿਲੇ ਪਾਤਸ਼ਾਹ ਜਗਤ ਗੁਰੂ ਗੁਰੂ ਨਾਨਕ ਸਾਹਿਬ ਜੀ ਸ਼ਬਦ ਉਚਾਰਨ ਕਰ ਰਹੇ ਨੇ। ਮੈਨੂੰ ਇੱਕ ਸਾਖੀ ਚੇਤੇ ਆ ਗਈ ਹੈ, ਮੈਂ ਆਪ ਜੀ ਨੂੰ ਸਰਵਣ ਕਰਾ ਦਿਆਂ। ਅੰਮ੍ਰਿਤ ਵੇਲੇ ਜਗਤ ਗੁਰੂ ਕਲਗੀਧਰ ਪਾਤਸ਼ਾਹ ਦਾ ਦਰਬਾਰ ਦੀਵਾਨ ਸਜਿਆ ਹੋਇਆ। ਇੰਨੇ ਨੂੰ ਇੱਕ ਸਿੱਖ ਆਇਆ, ਉਹਨੇ ਆ ਕੇ ਸਤਿਗੁਰਾਂ ਨੂੰ ਸ਼ਿਕਾਇਤ ਕੀਤੀ ਰਾਗੀ ਸਿੰਘਾਂ ਦੀ। ਮਹਾਰਾਜ, ਮੈਂ ਪਾਠ ਕਰਦਾ ਸੀ ਸੁਖਮਣੀ ਸਾਹਿਬ ਦਾ, ਇਹਨਾਂ ਆ ਕੇ ਕੀਰਤਨ ਸ਼ੁਰੂ ਕਰ ਦਿੱਤਾ ਤੇ ਮੇਰਾ ਪਾਠ ਵਿੱਚੇ ਰਹਿ ਗਿਆ। ਮੈਂ ਆਖਿਆ ਵੀ ਤੁਸੀਂ ਠਹਿਰ ਕੇ ਕਰ ਲਿਓ ਕੀਰਤਨ, ਕਿ ਮੇਰਾ ਪਾਠ ਸੁਖਮਣੀ ਸਾਹਿਬ ਦਾ ਪੂਰਾ ਹੋ ਜਾਏ। ਕਲਗੀਧਰ ਪਾਤਸ਼ਾਹ ਇਹਨਾਂ ਨੇ ਮੇਰੀ ਗੱਲ ਨਹੀਂ ਮੰਨੀ ਤੇ ਇਹਨਾਂ ਨੇ ਮੇਰਾ ਪਾਠ ਵਿੱਚੇ ਹੀ ਰੁਕਾ ਕੇ ਤੇ ਆਪ ਕੀਰਤਨ ਸ਼ੁਰੂ ਕਰ ਦਿੱਤਾ ਆਸਾ ਜੀ ਦੀ ਵਾਰ ਦਾ। ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਸਿੱਖਾ ਤੂੰ ਚਬੇਣੀ ਵੰਡਦਾ ਸੀ, ਉਹਨਾਂ ਨੇ ਆ ਕੇ ਮੌਲੇ ਧਾਰ ਵਰਖਾ ਪਾ ਦਿੱਤੀ ਹੈ ਤੇ 36 ਪ੍ਰਕਾਰ ਦੇ ਭੋਜਨਾਂ ਦਾ ਲੰਗਰ ਲਾ ਦਿੱਤਾ ਹੈ। ਵੀ ਤੂੰ ਚਬੇਣੀ ਵੰਡਦਾ ਸੀ, ਯਾਨੀ ਕਿ ਤੂੰ ਕੱਲਾ ਪੜ੍ਹਦਾ ਸੀ ਸੁਖਮਣੀ ਸਾਹਿਬ। ਉਹਨਾਂ ਨੇ ਆ ਕੇ ਆਸਾ ਜੀ ਦੀ ਵਾਰ ਦੇ ਕੀਰਤਨ ਦੇ ਨਾਲ ਗੁਰੂ ਸਾਹਿਬ ਦੇ ਦਰਬਾਰ ਦੀ ਜਿਹੜੀ ਮਰਜ਼ਾਦਾ ਹੈ ਉਸ ਨੂੰ ਮੁੱਖ ਰੱਖਦਿਆਂ 36 ਪ੍ਰਕਾਰ ਦੇ ਭੋਜਨਾਂ ਦਾ ਲੰਗਰ ਲਾ ਦਿੱਤਾ। ਹੁਣ ਤੂੰ ਦੱਸ ਵੀ ਉਹਨਾਂ ਨੇ ਗਲਤ ਕੀਤਾ ਕਿ ਤੈਂ ਗਲਤ ਕਰਦਾ ਸੀ? ਤੈਂ ਜੇ ਸੁਖਮਣੀ ਸਾਹਿਬ ਦਾ ਪਾਠ ਕਰਨਾ ਤੂੰ ਆਪਣੇ ਹਿਸਾਬ ਨਾਲ ਪਹਿਲਾਂ ਕਰ ਲੈਂਦਾ। ਜਿਹੜੀ ਗੁਰੂ ਸਾਹਿਬ ਦੇ ਦਰਬਾਰ ਦੀ ਮਰਜ਼ਾਦਾ ਹੈ ਉਹ ਤਾਂ ਉਸੇ ਤਰ੍ਹਾਂ ਚੱਲਣ ਦੇਣੀ ਚਾਹੀਦੀ ਹੈ ਨਾ। ਇਹ ਸਾਖੀ ਮੈਂ ਤਾਂ ਸੁਣਾਈ ਹੈ ਵੀ ਗੁਰੂ ਸਾਹਿਬ ਦੇ ਦਰਬਾਰ ਦੀ ਮਰਿਆਦਾ ਦੇ ਅਨੁਸਾਰ ਜਦੋਂ ਕਥਾ ਹੋ ਰਹੀ ਹੈ, ਕੀਰਤਨ ਹੋ ਰਿਹਾ ਹੈ, ਇਹ 36 ਪ੍ਰਕਾਰ ਦੇ ਪਕਵਾਨ ਨੇ। ਤੇ ਜਿਹੜਾ ਵਿੱਚ ਕੋਈ ਪੋਥੀ ਲੈ ਕੇ ਨਾਲ ਉੱਚਾ ਉੱਚਾ ਪਾਠ ਕਰਨ ਲੱਗ ਪੈਂਦਾ ਦਰਬਾਰ ਦਾ ਮਰਿਆਦਾ ਦੇ ਮੁਤਾਬਕ ਉਲਟ ਹੈ, ਉਹ ਚਬੇਣੀ ਖਾ ਰਿਹਾ। ਇਸ ਕਰਕੇ ਭਾਈ ਗੁਰਮੁਖੋ, ਜਦੋਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਬੈਠੇ ਕਥਾ ਸੁਣ ਰਹੇ ਹੋ, ਕੀਰਤਨ ਸੁਣ ਰਹੇ ਹੋ, ਕੀਰਤਨ ਕਥਾ ਦਾ ਪ੍ਰਵਾਹ ਚੱਲ ਰਿਹਾ ਤਾਂ ਉਹੀ ਸੁਣੋ। ਨਿਤਨੇਮ ਕਰਨਾ ਤਾਂ ਪਾਸੇ ਬਹਿ ਕੇ ਕਿਤੇ ਸ਼ਾਂਤੀ ਦੇ ਨਾਲ ਘਰ ਬਹਿ ਕੇ ਕਰ ਲਓ। ਇੱਕਦਮ ਸਾਰੇ ਮਾਹੌਲ ਨੂੰ ਜਿਹੜਾ ਹੈ ਉਹ ਵਿਚਲਿਤ ਜਿਹਾ ਕਰ ਦਿੰਦੇ ਹਨ। ਇਸ ਕਰਕੇ ਇਹਦਾ ਧਿਆਨ ਰੱਖਿਆ ਕਰੋ। ਇਹ ਸਾਖੀ ਮੈਂ ਕਲਗੀਧਰ ਦੇ ਇਤਿਹਾਸ ਤੋਂ ਇਸ ਕਰਕੇ ਸਰਵਣ ਕਰਾਈ ਹੈ ਵੀ ਸ਼ਾਇਦ ਇਹਨਾਂ ਨੂੰ ਸਮਝ ਆ ਜਾਏ। ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪਾਵਨ ਸ਼ਬਦ ਹੈ ਰਾਗ ਧਨਾਸਰੀ ਦਾ। ਘਰ ਪਹਿਲੇ ਵਿੱਚ ਇਸ ਪਾਵਨ ਸ਼ਬਦ ਨੂੰ ਗਾਇਨ ਕਰਨਾ ਔਰ 4 ਪਦੇ ਹਨ ਇਸ ਪਾਵਨ ਸ਼ਬਦ ਦੇ। ਮੰਗਲਾਚਰਨ ਕਰਦੇ ਹਨ ਇੱਕ ਓੰਕਾਰ। ਵਾਹਿਗੁਰੂ ਨਿਰੰਕਾਰ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਇੱਕ ਹੈ। ਓੰਕਾਰ ਜੋ ਸਾਰਿਆਂ ਵਿੱਚ ਵਿਆਪਕ ਔਰ ਸਰਬ ਦਾ ਪ੍ਰਕਾਸ਼ਕ ਹੈ। ਖਟ ਜੋਤੀਆਂ ਪਰਤੇ ਪ੍ਰਕਾਸ਼ ਨੇ। ਉਹਨਾਂ ਖਟ ਜੋਤੀਆਂ ਨੂੰ ਓੰਕਾਰ ਵਾਹਿਗੁਰੂ ਪਰਮੇਸ਼ਰ ਪ੍ਰਕਾਸ਼ ਦੇਣ ਵਾਲਾ ਹੈ।
ਸੰਸਾਰ ਦੇ ਸਮਸਤ ਜੀਵਾਂ ਦਾ ਪ੍ਰਕਾਸ਼ਕ ਹੈ। ਸੰਸਕ੍ਰਿਤ ਦਾ ਆਵ ਧਾਤੂ ਹੈ, ਉਹਦੇ ਤੋਂ ਬਣਿਆ ਓੰਕਾਰ। ਆਵ ਦਾ ਮਤਲਬ ਹੁੰਦਾ ਰੱਖਿਆ ਕਰਨ ਵਾਲਾ, ਰੱਖਿਅਕ। ओंकार उच्चारने मात्र से जीव की रक्षा होती है, इदा अर्थ कीते भाई साहब भाई संतोख सिंह जी ने गर्भगंजनी टीके विच। ओंकार के उच्चारने मात्र से जीव की रक्षा होवे, तो जिस दा उच्चारण कीतियां जीव की रक्षा हुंदी है, जो सारे संसार दे जीवां दा राखा है, उहनूं भी कहंदे ने ओंकार। सब तो पहला शब्द जो अकाल पुरख वाहिगुरु परमेश्वर ने अपने मुखों उच्चारण करके सृष्टि की रचना की और यही नाद सारे जगत विच पूरिया होया है, वो ओंकार है। सतनाम। इस निरंकार अकाल पुरख वाहिगुरु पार ब्रह्म परमेश्वर का नाम सत है, त्रई काल सत है। पहला भी सत सी, हुण भी सत है, अगे नूं भी सत है। तिस दा नाम ही सत है। करता पुरख, सारे जगत दा करता है, सारे संसार दा करता है, सारी सृष्टि दा करता है। पुरख जो सारियां नूं पूरने वाला है, जर्रे जर्रे विच जिस दी व्यापकता है और सब नूं भरन वाला, पूरन वाला है। अकाल पुरख वाहिगुरु परमेश्वर करता करके फिर उन्हां सारियां विच पूरिया होया। दुनिया दे करते जो चीज़ां बनाउंदे ने उहदे विच वसदे नहीं। लोहार लोहे दे औजार बना के उहदे विच रहिंदा नहीं। सुनियार सोने दे गहने बना के उहदे विच वसदा नहीं। जुलाहा कपड़ा बना के कपड़े दे विच जिहड़ा धागा है उहदे विच वसदा नहीं। घुमियार मिट्टी का घड़ा बना के उहदे विच नहीं वसदा। परमात्मा सारे जगत नूं बना के फिर उहदे विच वसदा, इस करके उहनूं कहा पुरख। कुदरत करके वसिया सोए, वो करके सारी कुदरत नूं फिर इहदे विच वसदा है। हाँ जी। निरभव, निरभव है, उहनूं डर नहीं है किसी दा, उहनूं भव नहीं, खौफ नहीं है किसी दा। जो भव तो रहत है। हाँ जी। निर्वैर, और वो निर्वैर है, उन्होंने वैर नहीं है किसी नाल। निरभव भी है और निर्वैर भी है। जिस औरंगजेब बादशाह दे कोलों लोग थर थर कंबदे ने, ਉਹਦੇ सामने खलो के जगत गुरु श्री गुरु तेग बहादुर साहब पातशाह कहंदे, औरंगिया तू जालम है, तू दो धर्मां तो एक बनाना चाहना है, पर परमात्मा की मर्जी आ दोहां तो तीन बनाना चाहता। तू दो तो एक करना चाहना, परमात्मा दोहां तो तीन बनाना चाहता। और वो तीसरा पंथ असी 10वें जामे च खालसा पंथ साजना है। किथे है भै उत्थे निरभव। वाहिगुरु पार ब्रह्म परमेश्वर का स्वरूप निरभव है। वो किसी दे भव विच नहीं, डर विच नहीं। फिर निर्वैर, उहदा वैर नहीं है किसी नाल, किसी नाल भी उहदा वैर नहीं। वैर किहदे नाल करे? सब कुछ तां उहदी अपनी अंश तो पैदा होया। जदों सब उहदी अपनी अंश तो ही बनिया है, अपने आप तो ही बनिया है, ते फिर अपनी अंश नाल उस वाहिगुरू परमेश्वर दा की वैर हो सकता है? जीव दे कीते होए चंगे ते माड़े कर्मां दे मुताबक ही वो मित्र ते दुश्मने दे बनदे ने। परमात्मा वो किसी दा वैरी नहीं है। हाँ जी। अकाल मूरत, दुनिया दी हर मूरत बिनसदी है। जो मूरत घड़ी जाती है, जो मूरत बनाई जाती है, वो बिनसदी है, समाप्त हुंदी है। पर पार ब्रह्म परमेश्वर की मूरत अकाल है, वो काल तो रहत है। उसकी मूरत का कदे नाश, उसकी हस्ती सदा रहने वाली। मूरत का इत्थे अर्थ करांगे हस्ती, वजूद जो अकाल है, जो काल के दायरे विच नहीं है। हाँ जी। अजूनी, अजूनी जूनिया तो रहत। अजूनी अर्थ भी कीता जिसकी कोई उम्र नहीं है।
ਅੱਜ ਨਾਮ ਉਮਰ ਦਾ ਵੀ ਹੁੰਦਾ ਨਾ, 19 ਅੱਜ 19 ਜਿਹੜੀਆਂ ਦਲੈਂਕੜਾਂ ਲੱਗੀਆਂ ਊ ਦੀ ਆਵਾਜ਼ ਇਹਦੇ ਵਿੱਚੋਂ ਵਿਆਕਰਣ ਮੁਤਾਬਕ ਲੁਪਤ ਹੈ। ਅੱਜ 19 ਜੋ ਉਮਰ ਤੋਂ ਰਹਿਤ ਹੈ, ਜਿਸ ਦੀ ਉਮਰ ਬਾਰੇ ਨਹੀਂ ਦੱਸਿਆ ਜਾ ਸਕਦਾ। ਫਿਰ ਅਜੂਨੀ ਉਹ ਜੂਨੀਆਂ ਵਿੱਚ ਨਹੀਂ ਆਉਂਦਾ। ਸਾਰੀਆਂ ਜੂਨੀਆਂ ਉਸ ਵਾਹਿਗੁਰੂ ਪਰਮੇਸ਼ਰ ਤੋਂ ਪੈਦਾ ਹਨ, ਪਰ ਉਹ ਆਪ ਕਿਸੇ ਜੂਨੀ ਤੋਂ ਪੈਦਾ ਨਹੀਂ ਹੁੰਦਾ। ਔਰ ਸਵਤੇ ਪ੍ਰਕਾਸ਼ ਦਾ ਹੈ ਸਾਰਿਆਂ ਨੂੰ। ਔਰ ਸਵਤੇ ਪ੍ਰਕਾਸ਼ ਹੈ, ਆਪਣੇ ਆਪ ਤੋਂ ਬਣਿਆ ਹੈ, ਉਸ ਨੂੰ ਕਿਸੇ ਨੇ ਬਣਾਇਆ ਨਹੀਂ ਹੈ, ਉਹ ਆਪਣੇ ਆਪ ਬਣਿਆ, ਆਪਣੇ ਆਪ ਤੋਂ ਬਣਿਆ, ਆਪਣੇ ਆਪ ਤੋਂ ਉਸ ਦੀ ਉਤਪਤੀ ਹੋਈ। ਫਿਰ ਇਸ ਤਰ੍ਹਾਂ ਵੀ ਮਹਾਪੁਰਸ਼ ਕਹਿੰਦੇ ਸਹਿਭੰਗ ਜੋ ਸੈਂਕੜਿਆਂ ਨੂੰ ਭੰਨਣ ਵਾਲਾ ਹੈ। ਭੰਗ ਨਾਮ ਪ੍ਰਕਾਸ਼ ਦਾ ਵੀ ਹੈ, ਜਿਹੜਾ ਸੈਂਕੜੇ ਜੀਵਾਂ ਨੂੰ ਪ੍ਰਕਾਸ਼ਣੇ ਵਾਲਾ ਹੈ। ਹੁਣ ਇਹ ਸਾਰਾ ਸਵਰੂਪ ਜੋ ਪਰਮੇਸ਼ਰ ਅਕਾਲ ਪੁਰਖ ਦਾ ਵਰਣਨ ਕੀਤਾ, ਉਸ ਦੀ ਪ੍ਰਾਪਤੀ ਦਾ ਤਰੀਕਾ ਕੀ ਹੈ, ਉਸ ਵਿੱਚ ਕਿਵੇਂ ਅਭੇਦ ਹੋਈਏ, ਤਾਂ ਫਿਰ ਦੱਸਦੇ ਹਨ। ਗੁਰ ਪ੍ਰਸਾਦ, ਗੁਰੂ ਦੇ ਪ੍ਰਸਾਦ ਦੁਆਰਾ, ਗੁਰੂ ਦੀ ਕਿਰਪਾ ਦੁਆਰਾ ਇਸ ਪਾਰ ਬ੍ਰਹਮ ਪਰਮੇਸ਼ਰ ਦੇ ਸਰੂਪ ਦੀ ਪ੍ਰਾਪਤੀ ਹੁੰਦੀ ਹੈ। ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ। ਹੁਣ ਇੱਥੋਂ ਬੇਨਤੀ ਚੱਲਦੀ ਹੈ, ਜਿਉ ਡਰਤ ਹੈ ਆਪਣਾ, ਕੈਸਿਓ ਕਰੀ ਪੁਕਾਰ। ਇਹ ਵਾਹਿਗੁਰੂ ਜੀ, ਮੇਰਾ ਆਪਣਾ ਜਿਹੜਾ ਡਰਦਾ ਹੈ, ਭੈ ਭੀਤ ਹੁੰਦਾ ਹੈ। ਬੜੇ ਬੜੇ ਵਿਕਾਰਾਂ ਦੇ ਤੱਤੇ ਝੋਲੇ ਨੇ ਸੰਸਾਰ ਵਿੱਚ। ਮਹਾਰਾਜ ਜੀ, ਮੈਂ ਡਰਦਾ ਹਾਂ ਜਦੋਂ ਸੁਣਦਾ ਹਾਂ ਕਿ ਵੱਡੇ ਵੱਡੇ ਦੇਵਤੇ, ਵੱਡੇ ਵੱਡੇ ਰਿਸ਼ੀ ਤੇ ਮੁਨੀ ਵੀ ਇਹਨਾਂ ਵਿਕਾਰਾਂ ਕਰਕੇ ਆਪਣੇ ਆਚਰਣ ਤੋਂ ਡਿੱਗ ਪਏ। ਇਸ ਕਰਕੇ ਮੇਰਾ ਜਿਹੜਾ ਡਰਦਾ ਹੈ। ਭਗਤ ਜੀ ਨੇ ਵੀ ਤਾਂ ਹੀ ਕਿਹਾ ਨਾ, ਵੀ ਕਿਆ ਜਾਣੀਏ ਹਾਲੇ ਜ਼ਿੰਦਗੀ ਦੀ ਕਿਸ਼ਤੀ ਵਿੱਚ ਸਮੁੰਦਰ ਦੇ ਹੈ। ਜਦੋਂ ਤੱਕ ਕਿਸੇ ਅੰਨੇ ਬੰਨੇ ਨਹੀਂ ਲੱਗਦੀ, ਉਦੋਂ ਤੱਕ ਕੀ ਕਹਿ ਸਕਦੇ ਹਾਂ। ਇਹਨਾਂ ਵਿਕਾਰਾਂ ਨੂੰ ਵੇਖ ਕੇ ਮੇਰਾ ਹਿਰਦਾ ਘਾਬਰਦਾ ਹੈ। ਇਹ ਬੜੇ ਪ੍ਰਬਲ ਹਨ, ਬੜੇ ਬਲਵਾਨ ਹਨ। ਮੇਰਾ ਜਿਹੜਾ ਡਰਦਾ ਹੈ, ਹੇ ਪ੍ਰਭੂ, ਤੁਹਾਡੇ ਬਿਨਾਂ ਮੇਰਾ ਕੌਣ ਹੈ, ਮੈਂ ਜਿਹਦੇ ਕੋਲ ਜਾ ਕੇ ਪੁਕਾਰ ਕਰਾਂ। ਵੇਖਦੇ ਹਾਂ ਬੜੇ ਬੜੇ ਜੀਵ ਇਸ ਸੰਸਾਰ ਵਿੱਚ ਨਿਗਰਦੇ ਜਾ ਰਹੇ ਨੇ। ਬੜੇ ਬੜੇ ਜੀਵ ਇਸ ਸੰਸਾਰ ਦੇ ਤੱਤਿਆਂ ਝੋਲਿਆਂ ਦੇ ਵਿੱਚ ਸੜਦੇ ਤੇ ਭੁੱਜਦੇ ਜਾ ਰਹੇ ਨੇ। ਹੇ ਪ੍ਰਭੂ, ਮੇਰਾ ਜਿਹੜਾ ਵੀ ਡਰਦਾ ਤੇ ਭੈ ਭੀਤ ਹੁੰਦਾ, ਮੈਂ ਕਿਸ ਕੋਲ ਪੁਕਾਰ ਕਰਾਂ। ਤੁਹਾਡੇ ਬਿਨਾਂ ਕੌਣ ਹੈ ਮੇਰੇ ਸੁਆਮੀ ਜੀ, ਜਿਹਦੇ ਕੋਲ ਜਾ ਕੇ ਮੈਂ ਆਪਣੀ ਪੁਕਾਰ ਕਰਾਂ। ਦੁਖ ਵਿਸਾਰਨ ਸੀਵਿਆ, ਸਦਾ ਸਦਾ ਦਾਤਾਰ। ਹੇ ਪ੍ਰਭੂ, ਤੁਸੀਂ ਦੁੱਖਾਂ ਨੂੰ ਵਿਸਾਰਨ ਵਾਲੇ, ਸਦਾ ਸਦਾ ਸਾਨੂੰ ਦਾਤਾਂ ਦੇਣ ਵਾਲੇ ਹੋ। ਮੈਂ ਤਾਂ ਤੁਹਾਨੂੰ ਹੀ ਸੇਵਦਾ ਹਾਂ, ਤੁਹਾਨੂੰ ਹੀ ਸੇਵਦਾ ਹਾਂ। ਤੁਸੀਂ ਸਾਡੇ ਦੁੱਖਾਂ ਨੂੰ ਵਿਸਾਰਨ ਵਾਲੇ ਹੋ ਔਰ ਸਾਨੂੰ ਸਦਾ ਸਦਾ ਦਾਤਾਂ ਦੇਣ ਵਾਲੇ ਦਾਤਾਰ ਹੋ। ਤੁਹਾਡੇ ਬਿਨਾਂ ਹੋਰ ਕੋਈ ਨਹੀਂ ਸਾਡਾ ਸੁਆਮੀ ਜੀ। ਅਸੀਂ ਹੇ ਦੁੱਖਾਂ ਨੂੰ ਵਿਸਾਰਨ ਵਾਲੇ ਸੁਆਮੀ ਜੀ, ਤੁਹਾਨੂੰ ਸੇਵਦੇ ਹਾਂ, ਤੁਹਾਨੂੰ ਆਰਾਧਦੇ ਹਾਂ। ਸਾਹਿਬ ਮੇਰਾ ਨੀਤ ਨਵਾਂ, ਸਦਾ ਸਦਾ ਦਾਤਾਰ। ਮੇਰਾ ਸਾਹਿਬ ਨਿਤ ਨਵਾਂ ਹੈ, ਨਿਤ। ਸਾਹਿਬ ਮੇਰਾ ਨੀਤ ਨਵਾਂ, ਮੇਰਾ ਸਾਹਿਬ ਨਿਤ ਹੀ ਨਵਾਂ। ਔਰ ਉਹ ਸਦਾ ਸੰਸਾਰ ਦੇ ਸਮਸਤ ਜੀਵਾਂ ਨੂੰ ਦਾਤਾਂ ਦੇਣ ਵਾਲਾ ਦਾਤਾਰ ਹੈ।
ਨਿਤ ਨਵਾਂ ਜਦੋਂ ਕਿਹਾ ਜਾਂਦਾ, ਇਹਦਾ ਮਤਲਬ ਬਹੁਤ ਕੁਝ ਹੈ ਜੋ ਨਵਾਂ ਹੁੰਦਾ ਹੈ, ਮੁੜ ਕੇ ਪੁਰਾਣਾ ਹੋ ਜਾਂਦਾ, ਜੀਰਣ ਹੋ ਜਾਂਦਾ। ਪਰ ਮੇਰੇ ਸਾਹਿਬ ਦਾ ਘਰ, ਮੇਰੇ ਸਾਹਿਬ ਦੀਆਂ ਵਡਿਆਈਆਂ, ਮੇਰੇ ਸਾਹਿਬ ਦੀਆਂ ਸਿਫਤਾਂ ਨਿਤ ਨਵੀਆਂ ਨੇ। ਜਿੰਨੀ ਵਾਰ ਮਰਜ਼ੀ ਪੜ੍ਹੀਏ ਗੁਰਬਾਣੀ ਨੂੰ, ਜਿੰਨੀ ਵਾਰ ਮਰਜ਼ੀ ਸੁਣੀਏ ਸਤਿਗੁਰਾਂ ਦੀ ਗੁਰਬਾਣੀ ਨੂੰ, ਉਤਨੀ ਵਾਰ ਇਹ ਪਾਵਨ ਬਾਣੀ, ਮੇਰੇ ਅਕਾਲ ਪੁਰਖ ਦੀਆਂ ਸਿਫਤਾਂ ਨਾਲ ਭਰੀ ਹੋਈ ਇਹ ਬਾਣੀ ਨਿਤ ਨਵੀਂ ਲੱਗਦੀ ਹੈ। ਦੁਨੀਆ ਵਿੱਚ ਬਹੁਤ ਸਾਰੀਆਂ ਕਵਿਤਾਵਾਂ ਵੱਖੋ ਵੱਖਰੇ ਕਵੀਆਂ ਵੱਲੋਂ ਲਿਖੀਆਂ ਗਈਆਂ। ਉਹ ਕਵਿਤਾਵਾਂ ਤੁਸੀਂ, ਉਹ ਗੀਤ ਤੁਸੀਂ 2 ਵਾਰੀ ਸੁਣੋ, 4 ਵਾਰੀ ਸੁਣੋ, 1000 ਵਾਰੀ ਸੁਣੋ ਜਾਂ ਪੜ੍ਹ ਲਓ, ਅਖੀਰ ਨੂੰ ਉਹਦੇ ਤੋਂ ਮਨ ਅੱਕ ਜਾਂਦਾ। ਪਰ ਗੁਰੂ ਪਾਤਸ਼ਾਹ ਦੀ ਇਹ ਪਾਵਨ ਅੰਮ੍ਰਿਤ ਬਾਣੀ ਹੈ ਜਿਹੜੀ ਨਿਤ ਨਵੀਂ ਹੈ। ਜਿਤਨੀ ਵਾਰ ਪੜ੍ਹੀਏ, 50-50 ਪਾਠ ਗੁਰਸਿੱਖ ਜਪਜੀ ਸਾਹਿਬ ਦੇ ਰੋਜ਼ ਕਰ ਲੈਂਦੇ ਆ, ਪਰ ਉਹਨਾਂ ਨੇ ਕਦੇ ਨਹੀਂ ਆਖਿਆ ਵੀ ਸਾਡਾ ਮਨ ਅੱਕ ਗਿਆ। ਜਿੰਨੀ ਵਾਰ ਪੜ੍ਹਦੇ ਉਹਨਾਂ ਦੀ ਕੋਸ਼ਿਸ਼ ਹੁੰਦੀ ਹੈ ਵੀ ਹੋਰ ਵੱਧ ਪੜ੍ਹ ਲਈਏ, ਹੋਰ ਵੱਧ ਪੜ੍ਹ ਲਈਏ। ਅਕਾਲ ਪੁਰਖ ਪਰਮੇਸ਼ਰ ਦੀ ਜਿਹੜੀ ਵਡਿਆਈ ਹੈ ਨਾ, ਉਹ ਨਿਤ ਨਵੀਂ ਹੈ, ਉਹਦਾ ਸਰੂਪ ਨਿਤ ਨਵਾਂ। ਜਿੰਨੀ ਵਾਰ ਦਰਸ਼ਨ ਕਰੋ, ਜਿੰਨੀ ਵਾਰ ਉਸ ਦੀ ਸਿਫਤ ਕਰੋ, ਜਿੰਨੀ ਵਾਰ ਉਸ ਦੀ ਸਿਫਤ ਸੁਣੋ, ਉਹ ਨਿਤ ਨਵਾਂ ਲੱਗਦਾ ਹੈ, ਉਹ ਨਿਤ ਹੀ ਨਵਾਂ ਹੈ। ਨਿਤ ਨਵਾਂ ਤਾਂ ਕਿਹਾ ਜਾਂਦਾ ਕਿਉਂਕਿ ਉਹ ਕਦੇ ਜੀਰਣ ਹੁੰਦਾ ਹੀ ਨਹੀਂ, ਉਹ ਕਦੇ ਪੁਰਾਣਾ ਹੁੰਦਾ ਹੀ ਨਹੀਂ, ਔਰ ਉਹ ਸਦਾ ਦਾਤਾਂ ਦੇਣ ਵਾਲਾ ਦਾਤਾਰ ਹੈ। ਹਾਂਜੀ। ਰਹਾਉ ਅਨ ਦਿਨ ਸਾਹਿਬ ਸੇਵੀਐ, ਅੰਤ ਛਡਾਏ ਸੋਏ। ਰਾਤ ਦਿਨ ਆਪਣੇ ਉਸ ਸਾਹਿਬ ਨੂੰ ਸੇਵੀਏ, ਅੱਠੇ ਪੈਰ ਨਿਰੰਤਰ ਸੇਵੀਏ। ਅਨ ਦਿਨ ਸਾਹਿਬ ਸੇਵੀਐ, ਰਾਤ ਦਿਨ ਆਪਣੇ ਉਸ ਸਾਹਿਬ ਨੂੰ ਸੇਵੀਏ, ਅੰਤ ਛਡਾਏ ਸੋਏ। ਜਿਹੜਾ ਅੰਤ ਨੂੰ ਸਾਨੂੰ ਛਡਾ ਲੈਣ ਵਾਲਾ ਹੈ, ਉਹਦੇ ਬਿਨਾਂ ਸਾਨੂੰ ਕਿਸੇ ਨੇ ਛਡਾਉਣਾ ਨਹੀਂ। ਜਿੱਥੇ ਜੀਵ ਦੀਆਂ ਖੋਟੀਆਂ ਬਿਰਤੀਆਂ ਦਾ ਫਲ ਇਹਨੂੰ ਪ੍ਰਾਪਤ ਹੋਣਾ ਹੈ, ਜਿੱਥੇ ਵੱਡੇ ਵੱਡੇ ਦੁਨੀਆਦਾਰ ਕਹੇ ਜਾਣ ਵਾਲੇ ਲੋਕ ਵੀ ਸੰਗਲ ਪਾ ਕੇ ਘੱਟ ਕੇ ਟੋਰੇ ਜਾਂਦੇ ਨੇ, ਉੱਥੇ ਜੇ ਕਿਸੇ ਨੇ ਛੁਡਾਉਣਾ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦੇ ਅੰਮ੍ਰਿਤ ਨਾਮ ਨੇ ਛੁਡਾਉਣਾ। ਇਸ ਕਰਕੇ ਪਾਤਸ਼ਾਹ ਕਹਿੰਦੇ, ਜਿਸ ਨੇ ਅੰਤ ਨੂੰ ਛੁਡਾਣਾ ਹੈ, ਇਹ ਭਾਈ ਨਿਤ ਉਸ ਨੂੰ ਸੇਵੀਏ, ਨਿਤ ਉਸ ਨੂੰ ਅਰਾਧੀਏ। ਸੁਣ ਸੁਣ ਮੇਰੀ ਕਾਮਣੀ, ਪਾਰ ਉਤਾਰਾ ਹੋਏ। ਹੇ ਮੇਰੀ ਕਾਮਣੀ, ਹੇ ਮੇਰੀ ਬੁੱਧੀ, ਜਗਿਆਸੂ ਬੁੱਧੀ, ਸੁਣ, ਏਦਾਂ ਤੇਰਾ ਪਾਰ ਉਤਾਰਾ ਹੋਣਾ ਜੇ ਤੂੰ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਸੇਵੇਂ। ਦਇਆਲ ਤੇਰਾ ਨਾਮ ਤਰਾਂ। ਹੇ ਦਇਆਲੂ ਵਾਹਿਗੁਰੂ ਨਿਰੰਕਾਰ ਹਰਿ ਬ੍ਰਹਮ ਪਰਮੇਸ਼ਰ ਜੀਓ, ਤੁਹਾਡੇ ਅੰਮ੍ਰਿਤ ਨਾਮ ਨਾਲ ਹੀ ਇਸ ਜੀਵ ਦਾ ਪਾਰ ਉਤਾਰਾ ਹੋ ਸਕਦਾ ਹੈ। ਦਇਆਲ ਤੇਰਾ ਨਾਮ ਤਰਾ। ਹੇ ਦਇਆਲੂ, ਆਪ ਜੀ ਦੇ ਅੰਮ੍ਰਿਤ ਨਾਮ ਦੇ ਦੁਆਰਾ ਹੀ ਇਹ ਜੀਵ ਸੰਸਾਰ ਤੋਂ ਤਰ ਸਕਦਾ ਹੈ, ਹੋਰ ਕੋਈ ਤਰੀਕਾ ਨਹੀਂ। ਇਹੀ ਇੱਕ ਤਰੀਕਾ ਹੈ, ਆਪ ਜੀ ਦਾ ਅੰਮ੍ਰਿਤ ਨਾਮ ਹੀ ਜੀਵਾਂ ਨੂੰ ਤਾਰਦਾ ਹੈ। ਸਦ ਕੁਰਬਾਨ ਜਾਓ। ਮਹਾਰਾਜ, ਮੈਂ ਸਦਾ ਤੁਹਾਡੇ ਅੰਮ੍ਰਿਤ ਨਾਮ ਤੋਂ ਔਰ ਤੁਹਾਡੇ ਨਾਮ ਜਪਣ ਵਾਲੇ ਗੁਰਮੁਖਾਂ ਤੋਂ ਬਲਿਹਾਰ ਜਾਵਾਂ, ਕੁਰਬਾਨ ਜਾਵਾਂ। ਰਹਾਉ ਸਰਬੰ ਸਾਚਾ ਏਕ ਹੈ, ਦੂਜਾ ਨਾਹੀ ਕੋਈ। ਸਾਰਿਆਂ ਵਿੱਚ ਉਹ ਸੱਚਾ ਅਕਾਲ ਪੁਰਖ ਪਰਮੇਸ਼ਰ ਇੱਕੋ ਹੈ। ਉਸ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਤੋਂ ਬਿਨਾਂ ਕੋਈ ਦੂਜਾ ਨਹੀਂ ਹੈ। ਹਾਂਜੀ। ਤਾਂ ਕੀ ਸੇਵਾ ਸੋ ਕਰੇ,
ਜਾ ਕਉ ਨਦਰ ਕਰੇ। ਅਕਾਲ ਪੁਰਖ ਪਰਮੇਸ਼ਰ ਦੀ ਸੇਵਾ, ਉਸ ਦੀ ਆਰਾਧਨਾ, ਉਸ ਦਾ ਚਿੰਤਨ ਉਹੀ ਕਰਦੇ ਨੇ ਜਿਨ੍ਹਾਂ ਤੇ ਵਾਹਿਗੁਰੂ ਜੀ ਆਪਣੀ ਨਦਰ ਕਰਦੇ ਨੇ, ਆਪਣੀ ਦਇਆ ਦ੍ਰਿਸ਼ਟੀ ਕਰਦੇ ਨੇ। ਉਹਦੀ ਨਦਰ ਤੋਂ ਬਿਨਾਂ, ਉਸ ਦੀ ਕਿਰਪਾ ਤੋਂ ਬਿਨਾਂ ਉਸ ਦੀ ਆਰਾਧਨਾ ਨਹੀਂ ਹੋ ਸਕਦੀ। ਜਿਨ੍ਹਾਂ ਤੇ ਵਾਹਿਗੁਰੂ ਜੀ ਦੀ ਨਦਰ ਹੁੰਦੀ ਹੈ ਉਹੀ ਉਸ ਵਾਹਿਗੁਰੂ ਪਰਮੇਸ਼ਰ ਨੂੰ ਸੇਵਦੇ, ਆਰਾਧਦੇ ਹਨ। ਤੁਧ ਬਾਜ ਪਿਆਰੇ ਕੇਵ ਰਹਾ। ਇਹ ਵਾਹਿਗੁਰੂ ਜੀ ਤੁਹਾਡੇ ਬਿਨਾਂ ਕਿਵੇਂ ਰਹੀਏ? ਕਿਵੇਂ ਰਹੀਏ ਮਹਾਰਾਜ? ਆਪ ਜੀ ਤੋਂ ਬਿਨਾਂ ਨਹੀਂ ਰਹਿ ਸਕਦੇ। ਸਾ ਵਡਿਆਈ ਦੇਹ ਜਿਤ ਨਾਮ ਤੇਰੇ ਲਾਗ ਰਹਾ। ਮਹਾਰਾਜ ਮੈਨੂੰ ਐਸੀ ਵਡਿਆਈ ਬਖਸ਼ੋ ਜਿਸ ਵਡਿਆਈ ਨੂੰ ਪ੍ਰਾਪਤ ਕਰਕੇ ਮੈਂ ਤੁਹਾਡੇ ਨਾਮ ਨਾਲ ਲੱਗਾ ਰਹਾ। ਆਮ ਕਰਕੇ ਦੁਨੀਆ ਦੀਆਂ ਵਡਿਆਈਆਂ ਪ੍ਰਾਪਤ ਕਰਕੇ ਬੰਦੇ ਨੂੰ ਨਾਮ ਤਾਂ ਭੁੱਲਦਾ ਹੀ ਹੈ, ਉਹ ਤਾਂ ਆਪਣੇ ਵੱਡੇ ਵੱਡੇ ਮਿੱਤਰਾਂ ਤੇ ਸੱਜਣਾ ਸਨੇਹੀਆਂ ਤੇ ਸੰਬੰਧੀਆਂ ਨੂੰ ਵੀ ਭੁੱਲ ਜਾਂਦਾ, ਤੇ ਪਰਮੇਸ਼ਰ ਉਹਨੂੰ ਕਿੱਥੇ ਚੇਤੇ ਰਹਿਣਾ। ਹੇ ਵਾਹਿਗੁਰੂ, ਮੈਨੂੰ ਐਸੀ ਵਡਿਆਈ ਦਿਓ ਜਿਸ ਵਡਿਆਈ ਨੂੰ ਪ੍ਰਾਪਤ ਕਰਕੇ ਮੈਂ ਤੁਹਾਡੇ ਨਾਮ ਨਾਲ ਜੁੜਿਆ ਰਹਾ। ਉਹ ਦਾਤ ਦਿਓ ਜਿਸ ਦਾਤ ਨੂੰ ਵੇਖ ਕੇ ਹੇ ਦਾਤਾਰ ਜੀ ਤੁਸੀਂ ਵੀ ਚੇਤੇ ਰਹੋ ਕਿ ਇਹ ਦਾਤ ਮੇਰੇ ਦਾਤੇ ਦੀ ਹੈ। ਜਿਤਨੀ ਵੀ ਸੰਸਾਰ ਦੀ ਵਡਿਆਈ ਹੈ ਉਸ ਵਡਿਆਈ ਦਾ ਮਾਲਕ ਪਰਮੇਸ਼ਰ ਹੈ, ਅਕਾਲ ਪੁਰਖ ਹੈ। ਜਿਹੜਾ ਉਹਨੂੰ ਭਾਉਂਦਾ ਉਸ ਨੂੰ ਵਾਹਿਗੁਰੂ ਜੀ ਵਡਿਆਈ ਬਖਸ਼ਦੇ ਨੇ। ਇਸ ਕਰਕੇ ਮਹਾਰਾਜ ਮੈਨੂੰ ਐਸੀ ਵਡਿਆਈ ਦਿਓ ਕਿ ਮੈਂ ਤੁਹਾਡੇ ਅੰਮ੍ਰਿਤ ਨਾਮ ਨਾਲ ਲੱਗਾ ਰਹਾ, ਜੁੜਿਆ ਰਹਾ। ਦੂਜਾ ਨਾਹੀ ਕੋਏ ਜਿਸ ਆਗੈ ਪਿਆਰੇ ਜਾਏ ਕਹਾ। ਹੇ ਮਹਾਰਾਜ ਜੀ, ਤੁਹਾਡੇ ਬਿਨਾਂ ਕੋਈ ਦੂਜਾ ਹੈ ਹੀ ਨਹੀਂ ਮੇਰੇ ਪਿਆਰੇ ਰੱਬ ਜੀ। ਮੈਂ ਜਿਹਦੇ ਕੋਲ ਜਾ ਕੇ ਆਪਣਾ ਦੁੱਖ ਰੋਵਾਂ, ਆਪਣੀ ਫਰਿਆਦ ਕਰਾਂ, ਤੁਹਾਡੇ ਬਿਨਾਂ ਦੂਜਾ ਕੋਈ ਨਹੀਂ। ਰਹਾਉ ਸੇਵੇ ਸਾਹਿਬ ਆਪਣਾ ਅਵਰ ਨਾ ਜਾਚੋ ਕੋਈ। ਮੈਂ ਆਪਣੇ ਸਾਹਿਬ ਨੂੰ ਸੇਵਦਾ ਹਾਂ ਔਰ ਉਸ ਤੋਂ ਬਿਨਾਂ ਕਿਸੇ ਹੋਰ ਕੋਲੋਂ ਨਹੀਂ ਮੰਗਦਾ। ਜੇ ਮੰਗਣਾ ਤਾਂ ਆਪਣੇ ਮਾਲਕ ਕੋਲੋਂ ਮੰਗਦਾ, ਆਪਣੇ ਸੁਆਮੀ ਕੋਲੋਂ ਮੰਗਦਾ ਹਾਂ। ਆਪਣੇ ਸਾਹਿਬ ਨੂੰ ਸੇਵ ਕੇ ਆਪਣੇ ਸਾਹਿਬ ਤੋਂ ਬਿਨਾਂ ਮੈਂ ਕਿਸੇ ਹੋਰ ਕੋਲੋਂ ਕੁਝ ਨਹੀਂ ਮੰਗਦਾ। ਨਾਨਕ ਤਾ ਕਾ ਦਾਸ ਹੈ ਬਿੰਦ ਬਿੰਦ ਚੁਖ ਚੁਖ ਹੋਏ। ਪਾਤਸ਼ਾਹ ਕਹਿੰਦੇ ਮੈਂ ਉਹਨਾਂ ਦਾ ਦਾਸ ਹਾਂ ਔਰ ਉਹਨਾਂ ਤੋਂ ਪਲ ਪਲ ਕਰਕੇ ਟੁਕੜੇ ਟੁਕੜੇ ਹੋ ਜਾਵਾਂ, ਬਲਿਹਾਰ ਜਾਵਾਂ, ਵਾਰੇ ਵਾਰੇ ਜਾਵਾਂ। ਸਾਹਿਬ ਤੇਰੇ ਨਾਮ ਵਿਟਹੁ ਬਿੰਦ ਬਿੰਦ ਚੁਖ ਚੁਖ ਹੋਏ। ਇਹ ਮੇਰੇ ਸਾਹਿਬ ਜੀ, ਤੁਹਾਡੇ ਅੰਮ੍ਰਿਤ ਨਾਮ ਤੋਂ ਮੈਂ ਪਲ ਪਲ ਕਰਕੇ ਟੁਕੜੇ ਟੁਕੜੇ ਹੋ ਜਾਵਾਂ। ਰਹਾਓ, ਤੁਹਾਡੇ ਨਾਮ ਤੋਂ ਬਲਿਹਾਰ ਜਾਵਾਂ, ਤੁਹਾਡੇ ਨਾਮ ਜਪਣ ਵਾਲਿਆਂ ਤੋਂ ਪਲ ਪਲ ਕਰਕੇ ਬਲਿਹਾਰ ਜਾਵਾਂ। ਇੱਕ ਗੁਰਸਿੱਖ ਨੇ ਇਸ ਪੰਕਤੀ ਦੇ ਅਰਥ ਏਦਾਂ ਵੀ ਦੱਸੇ ਸਨ। ਇਹ ਸਾਹਿਬ, ਤੇਰੇ ਨਾਮ ਤੋਂ ਬਿਨਾਂ ਇਹ ਜੀਵ ਪਲ ਪਲ ਕਰਕੇ ਟੁਕੜੇ ਟੁਕੜੇ ਹੋ ਕੇ ਖਿਲਰਿਆ ਰਹਿੰਦਾ। ਮਨ ਦੇ ਕਿਤਨੇ ਟੁਕੜੇ ਹੁੰਦੇ ਨੇ, ਕਿਤਨੀਆਂ ਥਾਵਾਂ ਤੇ ਭਟਕਦਾ। ਇਹ ਤੇਰੇ ਨਾਮ ਵਿਟੋਂ, ਤੇਰੇ ਨਾਮ ਤੋਂ ਬਿਨਾਂ ਹੈ। ਤੋ ਮੁੱਖ ਅਰਥ ਇਹੀ ਹੈ ਕਿ ਹੇ ਪ੍ਰਭੂ ਜੀ, ਆਪ ਜੀ ਦੇ ਅੰਮ੍ਰਿਤ ਨਾਮ ਤੋਂ ਬਿਨਾਂ ਇਹ ਜੀਵ ਟੁਕੜੇ ਟੁਕੜੇ ਹੈ, ਪਰ ਆਪ ਜੀ ਦੇ ਅੰਮ੍ਰਿਤ ਨਾਮ ਤੋਂ ਹੇ ਪ੍ਰਭੂ ਮੈਂ ਟੁਕੜੇ ਟੁਕੜੇ ਹੋ ਜਾਵਾਂ, ਯਾਨੀ ਕਿ ਪਲ ਪਲ ਕਰਕੇ ਬਲਿਹਾਰ ਜਾਵਾਂ।